Hello students, we are doing our grammar topic models, and in the previous video we discussed the use of will and shall. Now we will start with the use of would. First use, past tense of will in indirect speech. First use, we know that would is the past of the will, and when we have to convert the direct speech to indirect speech, if their will is given, then we will make that will into would, and that will represent the past of the would. Indirect speech ਦੇ ਵਿੱਚ will ਅਗਰ ਹੋਏਗਾ ਉਹਨੂੰ ਅਸੀਂ ਡਾਇਰੈਕਟ ਤੋਂ ਇਨਡਾਇਰੈਕਟ ਦੇ ਵਿੱਚ ਟ੍ਰਾਂਸਫਾਰਮ ਕਰਨਾ ਹੈ ਤਾਂ will ਨੂੰ we will convert it into a would, and that there it will be the past tense of the will. Second, to express habitual activity in the past. Another use of would is that it is used to express the habit of somebody in the past. ਕਿ past ਦੇ ਵਿੱਚ ਉਹਦੀ ਇਹ habit ਸੀ, he would go for walk every day. ਹੁਣ ਨਹੀਂ, ਇਹ ਇਸ ਟਾਈਮ ਨਹੀਂ ਹੋ ਰਿਹਾ ਇਸ ਤਰ੍ਹਾਂ, ਬਟ ਪਾਸਟ ਦੇ ਵਿੱਚ ਇਹ ਹੈਬਿਟ ਉਹਦੀ ਕਾਫੀ ਦੇਰ ਦੇ ਲਈ ਕੰਟੀਨਿਊਟੀ ਦੇ ਵਿੱਚ ਸੀ, ਉੱਥੇ ਅਸੀਂ ਯੂਜ਼ ਕਰ ਸਕਦੇ ਹਾਂ ਵੁੱਡ. ਹੀ ਵੁੱਡ ਗੋ ਫॉर ਵਾਕ ਐਵਰੀ ਡੇ ਮੀਨਸ ਉਹ ਹਰ ਰੋਜ਼ ਵਾਕ 'ਤੇ ਜਾਂਦੇ ਹੁੰਦੇ ਸੀ. ਟੂ ਐਕਸਪ੍ਰੈਸ ਵਿਸ਼ ਇਨ ਸਮ ਆਫ ਦ ਸੈਂਟੈਂਸਿਸ ਵਿਸ਼ ਦੇ ਲਈ ਵੀ ਅਸੀਂ ਵੁੱਡ ਨੂੰ ਯੂਜ਼ ਕਰਦੇ ਹਾਂ. ਵੁੱਡ ਦੈਟ ਆਈ ਵਰ ਰਿਚ, ਵੁੱਡ ਦੈਟ ਆਈ ਵਰ ਅ ਵਰਡ, ਕਾਸ਼ ਮੈਂ ਅਮੀਰ ਹੁੰਦਾ, ਕਾਸ਼ ਮੈਂ ਪੰਛੀ ਹੁੰਦਾ. ਸੋ ਟੂ ਐਕਸਪ੍ਰੈਸ ਵੁੱਡ ਆਲਸੋ, ਟੂ ਐਕਸਪ੍ਰੈਸ ਵਿਸ਼ ਵੀ ਆਲਸੋ ਮੇਕ ਯੂਜ਼ ਆਫ ਦਾ ਵੁੱਡ. ਅਸੀਂ ਵੁੱਡ ਤੋਂ ਵੀ ਇਸ ਤਰ੍ਹਾਂ ਸੈਂਟੈਂਸ ਸਟਾਰਟ ਕਰ ਲੈਂਦੇ ਹਾਂ ਵਿਸ਼, ਕੋਈ ਵਿਸ਼ ਮੰਗਣ ਦੇ ਲਈ, ਹੈ ਨਾ, ਵਿਸ਼ ਕਰਨ ਦੇ ਲਈ. ਟੂ ਐਕਸਪ੍ਰੈਸ ਅ ਪ੍ਰੈਫਰੈਂਸ. ਪ੍ਰੈਫਰੈਂਸ ਮੀਨਸ ਤੁਸੀਂ ਕਿਸ ਚੀਜ਼ ਨੂੰ ਜ਼ਿਆਦਾ ਤਵੱਜੋ ਦਿੰਦੇ ਹੋ ਇਨ ਕੰਪੈਰੀਜ਼ਨ ਟੂ ਅਦਰ ਥਿੰਗ, ਕਿਸ ਚੀਜ਼ ਦੀ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਸ ਹੈ ਇਨ ਕੰਪੈਰੀਜ਼ਨ ਟੂ ਅਦਰ ਥਿੰਗ. ਆਈ ਵੁੱਡ ਰੈਦਰ ਡਾਈ ਦੈਨ ਬੈਗ. ਦੈਨ THAN, ਇਹ ਜਿਹੜਾ ਵਰਡ ਹੈ ਨਾ ਦੈਨ, ਵੀ ਯੂਜ਼ ਇਟ ਫॉर ਕੰਪੈਰੀਜ਼ਨ. ਠੀਕ ਹੈ, ਆਈ ਵੁੱਡ ਰੈਦਰ ਡਾਈ, ਤੇ ਇਸ ਤਰ੍ਹਾਂ ਕਹਿਣਾ ਕਿ ਮੈਂ ਮਰਨਾ ਪਸੰਦ ਕਰਾਂਗਾ ਭੀਖ ਮੰਗਣ ਦੀ ਬਜਾਏ. ਇਫ ਦੇਰ ਇਜ਼ ਵਰਡ ਯੂਜ਼ ਰੈਦਰ ਦੈਨ, ਉੱਥੇ ਤੁਸੀਂ ਫਿਰ ਕੀ ਯੂਜ਼ ਕਰੋਗੇ, ਉਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਨ ਦੇ ਲਈ ਵੁੱਡ, ਪ੍ਰੈਫਰੈਂਸ ਸ਼ੋ ਕਰਨ ਦੇ ਲਈ ਇਹ ਕੰਮ ਕਰਨਾ ਜ਼ਿਆਦਾ ਬੈਟਰ ਹੈ ਉਹਦੇ ਕੰਪੈਰੀਜ਼ਨ, ਦੂਸਰੇ ਕੰਮ ਦੇ ਕੰਪੈਰੀਜ਼ਨ, ਦੇਅਰ ਯੂ ਯੂਜ਼ ਦਾ ਵੁੱਡ ਇਨ ਪ੍ਰੈਫਰੈਂਸ, ਕਾਈਂਡ ਆਫ ਅ ਕੰਪੈਰੀਜ਼ਨ. To express condition, we know that we have a conditional sentences. Okay, una conditional sentences de which we use would. If you had worked hard, if you had worked hard, ਜੇ ਇਹ ਕੀਤਾ ਹੁੰਦਾ ਤਾਂ ਇੱਦਾਂ ਹੋਣਾ ਸੀ, ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈ. if you had worked hard, ਜੇ ਤੁਸੀਂ ਹਾਰਡ ਵਰਕ ਕੀਤਾ ਹੁੰਦਾ ਤਾਂ you would have passed, ਤਾਂ ਤੁਸੀਂ ਪਾਸ ਹੋ ਜਾਂਦੇ. it is the imaginary situation. ਇਹ ਕੰਡੀਸ਼ਨ ਹੈ, ਕੰਡੀਸ਼ਨ ਵੀ ਪਾਸ ਦੇ ਵਿੱਚ. ਅਗਰ ਬੱਚੇ ਫਿਊਚਰ ਦੀ ਗੱਲ ਕਰਾਂਗੇ ਹੈ ਨਾ, ਕਿ ਅਗਰ ਇਫ ਯੂ ਵਿਲ ਵਰਕ ਹਾਰਡ ਯੂ ਵਿਲ ਪਾਸ ਦਾ ਐਗਜ਼ਾਮ, ਹੈ ਨਾ. ਅਗਰ ਅਸੀਂ ਉਹਨੂੰ ਕਹਿ ਰਹੇ, ਅਗਰ ਕਿਸੇ ਨੂੰ ਦੱਸ ਰਹੇ ਹਾਂ, ਸਮਝਾ ਰਹੇ ਹਾਂ ਕਿ ਕਰੂੰਗੇ ਤਾਂ ਇਸ ਤਰ੍ਹਾਂ ਹੋਏਗਾ, ਬਟ ਅਗਰ ਪਾਸ ਦੇ ਵਿੱਚ ਇਹੀ ਗੱਲ ਕਰਨੀ ਹੈ ਕਿ ਜੇ ਤੁਸੀਂ ਇੱਦਾਂ ਕੀਤਾ ਹੁੰਦਾ ਤਾਂ ਇੱਦਾਂ ਹੋਣਾ ਸੀ. ਸੋ ਅਗਰ ਪਾਸ ਦੇ ਵਿੱਚ ਤੁਸੀਂ ਕਿਸੇ ਨੂੰ ਕੰਡੀਸ਼ਨ ਦੀ ਕਰ ਰਹੇ ਹੋ, ਦੈਨ ਦੇਅਰ ਯੂ ਵਿਲ ਯੂਜ਼ ਵੁੱਡ. ਟੂ ਐਕਸਪ੍ਰੈਸ ਰਿਕੁਐਸਟ ਕਰਨ ਦੇ ਲਈ, ਜਿਸ ਤਰ੍ਹਾਂ ਆਪਾਂ ਵਿਲ ਦਾ ਵੀ ਯੂਜ਼ ਕਰ ਸਕਦੇ ਹਾਂ, ਵੁੱਡ ਦਾ ਵੀ ਯੂਜ਼. ਵਿਲ ਯੂ ਪਲੀਜ਼ ਕਲੋਜ਼ ਦ ਡੋਰ, ਓਕੇ. ਔਰ ਅਗਰ ਇਹਦੀ ਜਗ੍ਹਾ ਵੁੱਡ ਵੀ ਕਰ, ਵੁੱਡ ਯੂ ਪਲੀਜ਼ ਕਲੋਜ਼ ਦ ਡੋਰ. ਵੁੱਡ ਜਿਹੜੀ ਰਿਕੁਐਸਟ ਹੈ, ਇਟ ਇਜ਼ ਮੋਰ ਪੋਲਾਈਟ ਦੈਨ ਵਿਲ. ਅਦਰਵਾਈਜ਼ ਦੋਨੋਂ ਸੇਮ ਅਸੀਂ ਇੰਟਰਚੇਂਜੇਬਲੀ ਯੂਜ਼ ਕਰ ਸਕਦੇ ਹਾਂ. ਵੀ ਕੈਨ ਆਲਸੋ ਮੇਕ ਦਾ ਰਿਕੁਐਸਟ ਵਿਦ ਵਿਲ, ਵੀ ਕੈਨ ਆਲਸੋ ਮੇਕ ਦਾ ਰਿਕੁਐਸਟ ਵਿਦ ਵੁੱਡ. ਟੂ ਐਕਸਪ੍ਰੈਸ ਡਿਜ਼ਾਇਰ, ਤੁਸੀਂ ਇਹ ਸੈਂਟੈਂਸ ਕਾਫੀ ਵਾਰ ਸੁਣਿਆ ਹੋਣਾ ਔਨ ਦ ਸਟੇਜ, ਕਿ ਆਪਾਂ ਕਹਿੰਦੇ ਹਾਂ ਆਈ ਵੁੱਡ ਲਾਈਕ ਟੂ ਇਨਵਾਈਟ ਦ ਪ੍ਰਿੰਸੀਪਲ ਔਨ ਸਟੇਜ, ਆਈ ਵੁੱਡ ਲਾਈਕ ਟੂ ਇਨਵਾਈਟ ਚੀਫ ਗੈਸਟ ਔਨ ਦ ਸਟੇਜ, ਆਈ ਵੁੱਡ ਲਾਈਕ ਟੂ ਕਾਲ ਅਪੋਨ ਦ ਸਟੇਜ. ਸਟੂਡੈਂਟ ਨੇਮ ਕੁਛ ਵੀ ਤੁਸੀਂ ਲੈ ਸਕਦੇ ਹੋ. ਵੁੱਡ ਲਾਈਕ ਟੂ ਕਾਲ ਅਪੋਨ ਸਟੇਜ ਰੋਹਨ ਟੂ ਸਪੀਕ ਨਿਊਜ਼. ਓਕੇ, ਟੂ ਐਕਸਪ੍ਰੈਸ ਹਿਜ਼ ਵਿਊਜ਼ ਔਨ ਦ ਕਰਪਸ਼ਨ. ਮਤਲਬ
ਤੁਸੀਂ ਇਹ ਸੈਂਟੈਂਸ ਕਾਫੀ ਵਾਰ ਸੁਣਿਆ ਹੋਣਾ, ਇਟ ਇਜ਼ ਯੋਰ ਡਿਜ਼ਾਇਰ, ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ, ਉਸ ਬੰਦੇ ਨੂੰ ਇਨਵਾਈਟ ਕਰਨਾ ਚਾਹੁੰਦੇ ਆ, ਹੈ ਨਾ। ਇਹਨਾਂ ਸੈਂਟੈਂਸਿਸ ਦੇ ਵਿੱਚ ਵੀ ਯੂ ਮੇਕ ਯੂਜ਼ ਆਫ ਵੁੱਡ। To express willingness, probability, I would help you. It is like you are willing, ਤੁਹਾਡੇ ਅੰਦਰ ਉਹ ਹੈ ਇੱਛਾ ਹੈ ਕਿ ਤੁਸੀਂ willing ਹੋ ਉਹਦੀ ਹੈਲਪ ਕਰੇ। I would help you and he would be in the ground now, it is a probability। ਤੁਸੀਂ ਗੈਸ ਕਰ ਰਹੇ ਹੋ ਕਿ it is 5 o'clock now, ਇਹ ਉਹਦਾ play time ਹੈ, he would be in the ground now। ਜਾਂ ਕੋਈ ਤੁਸੀਂ ਕਹਿ ਸਕਦੇ ਹੋ ਕਿਸੇ ਦਾ ਗੇਮਸ ਲੈਕਚਰ ਹੈ, ਗੇਮਸ ਪੀਰੀਅਡ ਹੈ, ਉਹ ਸਪੋਰਟਸ ਪੀਰੀਅਡ ਹੈ, ਸਪੋਰਟਸ ਪੀਰੀਅਡ ਵਿੱਚ ਸਟੂਡੈਂਟਸ ਆਰ ਇਨ ਗਰਾਊਂਡ, ਤਾਂ ਇਸ ਲਈ ਤੁਸੀਂ ਉਹ ਗੈਸ ਲਗਾ ਰਹੇ ਹੋ ਹੀ ਵੁੱਡ ਬੀ ਇਨ ਦਾ ਗਰਾਊਂਡ, ਦੇਅਰ ਆਲਸੋ ਯੂ ਕੈਨ ਮੇਕ ਯੂਜ਼ ਆਫ ਦਾ ਵੁੱਡ। ਸੋ ਵੁੱਡ ਫਸਟ ਆਫ ਆਲ ਇਟ ਇਜ਼ ਦਾ ਪਾਸਟ ਆਫ ਦਾ ਵਿਲ। ਸੈਕਿੰਡ, ਕੋਈ ਐਕਟੀਵਿਟੀ ਹੈਬਿਟ ਜੋ ਪਾਸਟ ਦੇ ਵਿੱਚ ਕੰਟੀਨਿਊ ਸੀ, ਟੂ ਐਕਸਪ੍ਰੈਸ ਦਾ ਵਿਸ਼, ਠੀਕ ਹੈ, ਵੁੱਡ ਦੈਟ ਆਈ ਵਰ ਅ ਕਿੰਗ, ਵੁੱਡ ਦੈਟ ਆਈ ਵਰ ਅ ਵਰਡ, ਇਸ ਤਰ੍ਹਾਂ ਪ੍ਰੈਫਰੈਂਸ ਦੇਣ ਦੇ ਲਈ ਕਿ ਕਿਹੜੀ ਚੀਜ਼ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ, ਇਹ ਚੀਜ਼ ਉਹਦੇ ਕੰਪੈਰੀਜ਼ਨ। ਐਂਡ ਟੂ ਐਕਸਪ੍ਰੈਸ ਕੰਡੀਸ਼ਨ, ਕੰਡੀਸ਼ਨ ਦੇ ਵਿੱਚ ਅਗਰ ਪਾਸ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਟੂ ਐਕਸਪ੍ਰੈਸ ਦਾ ਪੋਲਾਈਟ ਰਿਕੁਐਸਟ, ਡਿਜ਼ਾਇਰ, willingness and probability. Next is the use of should. Similarly to the would, as would is the past tense of the will, should is the past tense of the shall in direct speech. Okay, if there would be given shall, ਉਹਨੂੰ ਅਸੀਂ ਅਗਰ direct speech ਦੇ ਵਿੱਚ shall given ਹੈ, we change it into would. She told me that I should complete the work by tomorrow. So ਅਗਰ ਉਹਦੇ ਵਿੱਚ shall given ਹੈ ਡਾਇਰੈਕਟ ਸਪੀਚ ਦੇ ਵਿੱਚ, ਅਗਰ ਉਹਨੂੰ ਇਨਡਾਇਰੈਕਟ ਦੇ ਵਿੱਚ ਕਨਵਰਟ ਕਰਨਾ ਹੈ, we make the shall changes to should. Second, to express advice, should is used to express advice, ਕਿਸੇ ਨੂੰ ਸਲਾਹ ਦੇਣ ਦੇ ਲਈ ਨਾ, you should see the doctor, you should consult the eye specialist, you should you should try this color. ਸੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਸਲਾਹ ਦੇਣੀ ਹੈ ਨਾ, ਉੱਥੇ ਤੁਸੀਂ ਕਿਹਦਾ ਯੂਜ਼ ਕਰਦੇ ਹੋ, should, you make use of should, you should take care of your health, ਕਿਸੇ ਨੂੰ ਤੁਸੀਂ ਸਲਾਹ ਦੇ ਰਹੇ ਹੋ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਇੰਗਲਿਸ਼ ਦੇ ਵਿੱਚ you make use of the word should. It is very important use of the should ਦਾ, ਇਹ ਬਹੁਤ ਇੰਪੋਰਟੈਂਟ ਯੂਜ਼ ਹੈ। ਕਿਸੇ ਨੂੰ ਵੀ ਕੋਈ ਸਲਾਹ ਦੇਣੀ ਹੈ, ਜੋ ਕੰਮ ਉਹਦੇ ਲਈ ਕਰਨਾ ਜ਼ਰੂਰੀ ਹੈ, ਉਹਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ, should. To express duty, necessity, obligation. Duty ਦਾ ਮਤਲਬ ਡਿਊਟੀ ਕੀ ਹੁੰਦੀ ਹੈ ਕਿ ਜਿਹੜੀ ਕਰਨੀ ਹੀ ਹੈ, ਤੁਸੀਂ ਉਹ ਤੋਂ ਪਿੱਛੇ ਨਹੀਂ ਹਟ ਸਕਦੇ। necessity ਜਿਹੜਾ ਕਰਨਾ ਬਹੁਤ ਜ਼ਰੂਰੀ ਹੈ। again obligation, obligation also means a kind of compulsion, you have to do that thing, ਉੱਥੇ ਵਿੱਚ ਅਸੀਂ should use ਕਰਦੇ ਹਾਂ। you should respect your teacher, you should respect your elders, you should respect your parents. okay, ਜਿਹੜੀ ਚੀਜ਼ ਕਰਨੀ ਬਹੁਤ ਜ਼ਰੂਰੀ ਹੈ ਕਿਸੇ ਦੇ ਲਈ, there you make use of the should. Another use of should is it is used with the lest. Lest is a kind of a conjunction, ठीक है। अगर किते भी lest used है तो ਉੱਥੇ ਕੀ ਹੈ, ਉੱਥੇ ਅਸੀਂ ਫਿਰ should use ਕਰਦੇ ਹਾਂ। with lest we always use should. Walk fast lest you should train them, lest you should miss the train. walk fast ਜਲਦੀ ਚਲੋ, ਇਹਦੀ ਸੈਂਸ ਕੀ ਹੁੰਦੀ ਹੈ ਲੈਸ ਦੀ, ਅਦਰਵਾਈਜ਼, ਨਹੀਂ ਤਾਂ ਕੀ ਹੋਏਗਾ, ਲੈਸਟ ਯੂ ਸ਼ੁਡ ਮਿਸ ਦਾ ਟ੍ਰੇਨ। ਸੋ ਇਟ ਇਜ਼ ਅ ਰੂਲ, ਜਿੱਥੇ ਵੀ ਲੈਸਟ ਯੂਜ਼ ਹੈ ਉੱਥੇ ਅਸੀਂ ਕੀ ਯੂਜ਼ ਕਰਦੇ ਹਾਂ, ਸ਼ੁਡ ਯੂਜ਼ ਕਰਦੇ ਹਾਂ। ਆਈ ਥਿੰਕ ਇਟਸ ਵੈਰੀ ਈਜ਼ੀ। ਸ਼ੁਡ ਪਾਸਟ ਟੈਂਸ ਆਫ ਸ਼ੈਲ, ਐਡਵਾਈਸ ਦੇਣ ਦੇ ਲਈ, ਜਿਹੜਾ ਕੰਮ ਕਿਸੇ ਲਈ ਕਰਨਾ ਬਹੁਤ ਜ਼ਰੂਰੀ ਹੈ, ਕੰਪਲਸ਼ਨ, ਕਾਈਂਡ ਆਫ ਓਬਲੀਗੇਸ਼ਨ, ਡਿਊਟੀ, ਨੈਸੈਸਿਟੀ, ਉੱਥੇ ਤੁਸੀਂ ਸ਼ੁਡ ਯੂਜ਼ ਕਰਦੇ ਹਾਂ। ਐਂਡ one important use, it is used with the lest. okay, next is the next model we have is the may. Very important use of may is that it is used to express a permission. ਕਿੰਨੇ ਸਾਲਾਂ ਤੋਂ ਤੁਸੀਂ ਸਕੂਲਸ ਦੇ ਵਿੱਚ ਇਹ ਸੈਂਟੈਂਸ ਯੂਜ਼ ਕਰਦੇ ਆ ਰਹੇ ਆ, may I come in madam, may I come in sir. so the important use is wherever you want to seek a permission. okay, ਅਗਰ ਕਿਸੇ ਨੂੰ ਪਰਮਿਸ਼ਨ ਦੇਣੀ ਵੀ ਹੈ, they also you use may. ਜਿੱਦਾਂ ਤੁਸੀਂ ਪੁੱਛਿਆ
मे आई कम इन मैडम, तो मैडम की रिप्लाई करनगे यू मे। ओके, सो मे इज़ यूज टू एक्सप्रैस परमिशन। परमिशन लैन दे लिए भी मे ਦਾ यूज़ करते हैं, परमिशन देन ਦੇ ਲਈ ਵੀ मे ਦਾ यूज़ करते हैं। ਸੈਕਿੰਡ ਸੈਂਟੈਂਸ ਦੇਖ ਸਕਦੇ ਹੋ ਤੁਸੀਂ, ਯੂ ਮੇ ਗੋ, ਕਿਸੇ ਨੂੰ ਤੁਸੀਂ ਪਰਮਿਸ਼ਨ ਦਿੱਤੀ ਆ ਕਿ ਉਹ ਘਰ ਜਾ ਸਕਦੇ ਆ ਜਾਂ ਕਿਤੇ ਬਾਹਰ ਜਾ ਸਕਦੇ ਆ, ਤਾਂ ਉਹਨਾਂ ਨੂੰ ਇਫ ਯੂ ਵਾਂਟ ਟੂ ਸੇ, ਉਹਨਾਂ ਨੂੰ ਪਰਮਿਸ਼ਨ ਦੇ ਰਹੇ ਹੋ ਤਾਂ ਤੁਸੀਂ ਕੀ ਕਹੋਗੇ, ਯੂ ਮੇ। Another use of may is possibility। ਇਹ ਵੀ important use ਹੈ may ਦਾ, possibility and permission, these are two important uses of the may। ਜਦੋਂ ਤੁਹਾਨੂੰ ਲੱਗਦਾ ਹੈ ਕਿ ਕੋਈ ਚੀਜ਼ ਹੋਏਗੀ, ਇਟ ਇਜ਼ ਪੋਸੀਬਿਲਿਟੀ ਹੈ ਕਿ ਫਿਊਚਰ ਦੇ ਵਿੱਚ ਇਹ ਚੀਜ਼ ਹੋ ਸਕਦੀ ਆ, there you use may। for example, sky is full of clouds, ਤੇ ਤੁਸੀਂ ਕੀ ਕਹਿ ਸਕਦੇ ਆ, it may rain today, ਬਾਰਿਸ਼ ਹੋ ਸਕਦੀ ਹੈ, it may rain today। Here it is expressing the possibility। Another use of may is to express the wish। ਇਹ ਵੀ ਤੁਸੀਂ ਬਹੁਤ may God bless you, ਕਿੰਨੇ ਟਾਈਮ ਤੋਂ ਇਹ ਆਪਾਂ ਸੈਂਟੈਂਸ ਯੂਜ਼ ਕਰਦੇ ਹਾਂ, ਕਿਸੇ ਨੂੰ ਵੀ ਆਪਾਂ ਕਹਿ ਦਿੰਦੇ may God bless you, may you live a long life, may you have a happy married life। so ਇਸ ਤਰ੍ਹਾਂ ਦੀਆਂ ਨਾ, when you wish, when you give somebody a kind of blessings, ਤਾਂ ਉੱਥੇ ਤੁਸੀਂ ਕੀ ਕਰਦੇ ਆ, may ਦਾ यूज़ करते हैं। to express purpose in a subordinate clause। subordinate, we know that ਦੋ ਤਰ੍ਹਾਂ ਦੀਆਂ clauses ਹੁੰਦੀਆਂ, ਇੱਕ main clause ਹੁੰਦੀ ਆ, ਇੱਕ subordinate clause ਹੁੰਦੀ ਆ। subordinate clause ਦਾ ਮਤਲਬ ਕੀ ਹੁੰਦਾ ਕਿ ਜਿਹਦਾ ਮੀਨਿੰਗ ਆਪਣੇ ਆਪ ਦੇ ਵਿੱਚ ਕੰਪਲੀਟ ਨਹੀਂ ਹੁੰਦਾ, ਉਹਨੂੰ ਦੂਸਰੀ ਮੇਨ ਵਰਬ ਦੀ ਹੈਲਪ ਲੈਣੀ ਪੈਂਦੀ ਹੈ, ਉਹਦੇ 'ਤੇ ਡਿਪੈਂਡੈਂਟ ਹੁੰਦੀ ਹੈ ਸਬੋਰਡੀਨੇਟਸ ਕਲੌਜ਼ ਨਾ, ਉਹਨੂੰ ਹੈਲਪ ਲੈਣੀ ਪੈਂਦੀ ਹੈ ਮੇਨ ਵਰਬ ਦੀ ਆਪਣਾ ਮੀਨਿੰਗ ਕੰਪਲੀਟ ਕਰਨ ਦੇ ਲਈ। ਫੋਰ ਐਗਜ਼ਾਮਪਲ, ਹੀ ਇਜ਼ ਵਰਕਿੰਗ ਹਾਰਡ ਸੋ ਦੈਟ ਹੀ ਮੇ ਪਾਸ ਵਿਦ ਅ ਗੁੱਡ ਮਾਰਕਸ। ਇੱਥੇ ਮੇ ਕੀ ਕਰ ਰਿਹਾ ਹੈ, ਪਰਪਸ ਦੱਸ ਰਿਹਾ ਹੈ, ਉਹਦਾ ਕਾਰਨ ਦੱਸ ਰਿਹਾ ਹੈ, ਵਾਈ ਹੀ ਇਜ਼ ਵਰਕਿੰਗ ਹਾਰਡ, ਹੀ ਇਜ਼ ਵਰਕਿੰਗ ਹਾਰਡ ਸੋ ਦੈਟ he may pass with good marks, कि ਉਹਦਾ purpose ਕੀ ਹੈ, to work hard। okay, after may, now we will discuss the use of the might। another important use of might is that it is the past tense of the may in indirect speech। जिस तरह will, would was the past of will, should was the past of the would, shall, sorry। similarly, might is the past of the may। and for example, अगर may used है direct speech ਦੇ ਵਿੱਚ, ਤਾਂ indirect ਦੇ ਵਿੱਚ ਅਸੀਂ may ਨੂੰ transform ਕਰਕੇ ਕੀ ਲਿਖ ਦਿੰਦੇ ਆ, might। she asked me if she might read my book। she asked me if she might read my book, a kind of a permission she has asked। to express less possibility, ਜਿਸ ਤਰ੍ਹਾਂ ਅਸੀਂ may ਦਾ ਯੂਜ਼ ਕਰਦੇ ਹਾਂ, we say it may rain today, ਉੱਥੇ ਸਾਨੂੰ possibility ਜ਼ਿਆਦਾ ਲੱਗ ਰਹੀ ਹੁੰਦੀ ਹੈ। if we say it might rain today, we are not certain, we don't have the surety, we are not certain, ਸਾਨੂੰ ਘੱਟ probability ਲੱਗ ਰਹੀ ਹੈ, possibility ਘੱਟ ਹੈ ਕਿ ਬਾਰਿਸ਼ ਹੋਏਗੀ, ਉਸ ਜਗ੍ਹਾ 'ਤੇ ਤੁਸੀਂ you can make use of might। to express permission, might I use your pen, or we can also take permission with the help of the might, but it is less used in speech। ਜਿਹੜੀ ਸਾਡੀ common speech ਹੈ ਨਾ, ਉਹਦੇ ਵਿੱਚ we don't make use of the word might, but ਇਹਦਾ ਅਸੀਂ ਇਹ ਵੀ use ਕਰ ਸਕਦੇ ਹਾਂ, but ਅਸੀਂ ਜ਼ਿਆਦਾਤਰ use ਕਿਸ ਦਾ ਕਰਦੇ ਹਾਂ, for permission we make use of the may। to express purpose in past, ਆਪਾਂ purpose ਦੇਖਿਆ ਸੀ ਨਾ, in the may he is working hard so that he may pass the exam with good marks। similarly, ਪਾਸ ਦੀ ਅਗਰ ਗੱਲ ਕਰਾਂਗੇ ਕਿ ਉਹਨੇ ਪਾਸ ਦੇ ਵਿੱਚ ਵਰਕ ਹਾਰਡ ਕਿਉਂ ਕੀਤਾ ਸੀ, ਸੋ ਦੈਟ ਉਹ ਪਾਸ ਹੋ ਸਕੇ ਵਿਦ ਗੁੱਡ ਮਾਰਕਸ। ਹੀ ਵਰਕਡ ਹਾਰਡ ਸੋ ਦੈਟ ਹੀ ਮਾਈਟ ਪਾਸ ਵਿਦ ਅ ਗੁੱਡ ਮਾਰਕਸ। ਇੱਥੇ ਵਰਕਡ ਹਾਰਡ ਹੈ, ਇਨ ਦਾ ਪ੍ਰੀਵੀਅਸ ਸਲਾਈਡ ਇਟ ਵਾਜ਼ ਹੀ ਇਜ਼ ਵਰਕਿੰਗ ਹਾਰਡ। ਇਸ ਟਾਈਮ 'ਤੇ ਗੱਲ ਕਰ ਰਹੇ ਹਾਂ, ਇਸ ਟਾਈਮ 'ਤੇ ਹੋ ਰਿਹਾ ਸੀ ਪ੍ਰੈਜ਼ੈਂਟ ਸੀ, ਇਸ ਲਈ ਅਸੀਂ ਮੇ ਦਾ ਯੂਜ਼ ਕੀਤਾ ਸੀ। ਅਗਰ ਪਰਪਸ ਦੱਸਣਾ ਆ ਬਟ ਪਾਸ ਦੇ ਵਿੱਚ ਗੱਲ ਹੋ ਰਹੀ ਹੈ, ਦੈਨ ਯੂ ਵਿਲ ਮੇਕ ਯੂਜ਼ ਆਫ ਦ ਮਾਈਟ। Next, use of can।
very important use of the can is that it is used to express the ability, some kind of capacity. ability ਕੀ ਹੁੰਦੀ ਆ ਕਿ ਕੀ ਕਿਸ ਕੰਮ ਕਰਨ ਦੀ ਤੁਹਾਡੇ ਅੰਦਰ क्षमता ਆ ਨਾ, ਕਾਬਲੀਅਤ ਹੈ, ਦੈਟਸ ਦ ਅਬਿਲਿਟੀ, ਕਾਬਲੀਅਤ। ਕਪੈਸਿਟੀ ਕਾਈਂਡ ਆਫ ਜਦੋਂ ਆਪਾਂ ਕਹਿੰਦੇ ਕਿ क्षमता ਕਿੰਨੀ ਕੁ ਉਹ ਕੰਮ ਕਰ ਸਕਦਾ ਹੈ ਕਿ ਉਹ ਕੋਈ ਕੰਮ ਨਹੀਂ ਕਰ ਸਕਦਾ। ਸ਼ੀ ਕੈਨ ਰੀਡ ਐਂਡ ਰਾਈਟ ਇੰਗਲਿਸ਼, ਸ਼ੀ ਹੈਜ਼ ਦਿਸ ਅਬਿਲਿਟੀ। ਸ਼ੀ ਕੈਨ ਆਲਸੋ ਰੀਡ, ਉਹ ਪੜ੍ਹ ਵੀ ਸਕਦੀ ਹੈ ਅਤੇ ਲਿਖ ਵੀ ਸਕਦੀ ਹੈ ਇੰਗਲਿਸ਼, ਇਹ ਉਹਦੀ ਅਬਿਲਿਟੀ ਹੈ। ਕਪੈਸਿਟੀ ਦੇ ਵਿੱਚ ਕਹਾਂਗੇ ਸ਼ੀ ਕੈਨ ਲਿਫਟ 10 kg, ਉਹਦੇ ਅੰਦਰ ਉਹਦੀ ਬਾਡੀ ਦੇ ਵਿੱਚ ਇੰਨੀ ਕੁ क्षमता ਹੈ ਕਿ ਉਹ 10 kg ਜਿਹੜਾ ਵੇਟ ਹੈ ਸ਼ੀ ਕੈਨ ਲਿਫਟ ਦੈਟ। ਟੂ ਐਕਸਪ੍ਰੈਸ ਦਾ ਪੋਸੀਬਿਲਿਟੀ ਕਿ ਜਿਸ ਤਰ੍ਹਾਂ ਸ਼ੀ ਕੈਨ ਬੀ ਇਨ ਦਾ ਕੈਂਟੀਨ ਵੈਨ ਯੂ ਆਰ ਨੋਟ ਸ਼ੋਰ ਅਬਾਊਟ ਸਮਥਿੰਗ, ਔਰ ਤੁਹਾਨੂੰ ਇਹ ਪੋਸੀਬਲ ਲੱਗਦਾ ਹੈ ਕਿ ਇਹ ਚੀਜ਼ ਇਸ ਤਰ੍ਹਾਂ ਹੋ ਸਕਦੀ ਹੈ, then you can make use of the can। ਜਿਸ ਤਰ੍ਹਾਂ ਕੋਈ ਤੁਹਾਨੂੰ ਕੋਈ ਕਿਸੇ ਆਪਣੀ ਫਰੈਂਡ ਦੇ ਬਾਰੇ ਪੁੱਛ ਰਿਹਾ ਆ, when you are not sure ਹੈ ਨਾ ਕਿ ਉਹ ਐਕਚੁਅਲੀ ਕੈਂਟੀਨ ਦੇ ਵਿੱਚ ਹੋਏਗੀ ਜਾਂ ਨਹੀਂ, ਤਾਂ ਤੁਸੀਂ to make a guess you can say she can be in canteen, ਉਹ ਕੈਂਟੀਨ ਦੇ ਵਿੱਚ ਹੋ ਸਕਦੀ ਹੈ। she can be in canteen, I'm not sure, she can be in canteen। so there you can make use of the can, it will show the possibility, a kind of a guess। to express permission, we have seen कि permission ਦੇ ਲਈ ਅਸੀਂ ਕੀ use ਕਰਦੇ ਹਾਂ, we always use may I come in madam। we rarely say, ਕਦੇ ਵੀ ਨਹੀਂ ਅਸੀਂ use ਕਰਦੇ can I come in ma'am। so ਬਟ ਬੱਚੇ ਅਸੀਂ ਕੈਨ ਦੇ ਨਾਲ ਵੀ ਕਿਸੇ ਚੀਜ਼ ਲਈ ਪਰਮਿਸ਼ਨ ਲੈ ਸਕਦੇ ਹਾਂ, ਬਟ ਜਿਹੜਾ ਕੈਨ ਹੈ ਉਹ ਫਾਰਮਲ ਸੈਟਿੰਗਸ ਦੇ ਵਿੱਚ ਨਹੀਂ ਯੂਜ਼ ਹੁੰਦਾ। ਫਾਰਮਲ ਜਿਸ ਤਰ੍ਹਾਂ ਤਾਂ ਕਿਸੇ ਅਥੋਰਿਟੀਜ਼ ਦੇ ਨਾਲ ਗੱਲ ਕਰਨੀ ਆ, ਕਿਸੇ ਅਥੋਰਿਟੀਜ਼ ਤੋਂ ਪਰਮਿਸ਼ਨ ਲੈਣੀ ਆ, ਪ੍ਰਿੰਸੀਪਲ ਤੋਂ, ਟੀਚਰ ਤੋਂ, ਉੱਥੇ ਤੁਹਾਡਾ ਬਿਹੇਵੀਅਰ ਕੀ ਹੋਣਾ ਚਾਹੀਦਾ ਹੈ, ਫਾਰਮਲ ਬਿਹੇਵੀਅਰ ਹੋਣਾ ਚਾਹੀਦਾ ਹੈ ਨਾ। ਘਰ ਦੇ ਵਿੱਚ ਕੀ ਹੈ ਤੁਹਾਡਾ ਇਨਫਾਰਮਲ ਬਿਹੇਵੀਅਰ ਹੈ, ਅਤੇ ਤੁਸੀਂ ਯੂ ਕੈਨ ਇਫ ਯੂ ਵਾਂਟ ਟੂ ਟੇਕ ਸਮਥਿੰਗ ਫਰੋਮ ਯੋਰ ਸਿਸਟਰ, ਇਫ ਯੂ ਵਾਂਟ ਟੂ ਟੇਕ ਸਮਥਿੰਗ ਫਰੋਮ ਯੋਰ ਫਰੈਂਡ, ਯੂ ਕੈਨ ਸੇ ਕੈਨ ਆਈ ਯੂਜ਼ ਯੋਰ ਪੈਨ। ਉੱਥੇ ਤੁਸੀਂ ਆਪਣਾ ਇਹ ਯੂਜ਼ ਕਰ ਸਕਦੇ ਹਾਂ ਨਾ। ਆਪਾਂ ਪੁੱਛਦੇ ਹੀ ਆਪਣੇ ਫਰੈਂਡਸ ਨੂੰ ਕਲਾਸਰੂਮ ਦੇ ਵਿੱਚ ਕੈਨ ਆਈ ਯੂਜ਼ ਯੋਰ ਨੋਟਬੁੱਕ, ਉੱਥੇ ਅਸੀਂ ਮੇ ਨਹੀਂ ਲਗਾਉਂਦੇ ਨਾ, ਮੇ ਆਈ ਯੂਜ਼ ਯੋਰ ਨੋਟਬੁੱਕ, ਆਪਾਂ ਮੇ ਨਹੀਂ ਲਗਾਉਂਦੇ। ਲੇਕਿਨ ਅਗਰ ਪ੍ਰਿੰਸੀਪਲ, ਟੀਚਰਸ ਜਾਂ ਕੋਈ ਆਫਿਸਿਸ ਦੇ ਵਿੱਚ ਕੋਈ ਹਾਇਰ ਅਥੋਰਿਟੀਜ਼ ਦੇ ਨਾਲ ਗੱਲ ਕਰਨੀ ਆ, ਦੇਅਰ ਯੂ ਮੇਕ ਯੂਜ਼ ਆਫ ਦਾ ਮੇ। ਬਟ ਅਗਰ ਇਨਫੋਰਮਲ ਗੱਲ ਕਰਨੀ ਆ ਤਾਂ ਤੁਸੀਂ ਕੈਨ ਦਾ ਯੂਜ਼ ਕਰ ਸਕਦੇ ਹੋ। ਕੈਨ ਆਈ ਯੂਜ਼ ਯੋਰ ਪੈਨ, ਯੂ ਕੈਨ ਗੋ ਹੋਮ ਨਾਓ। ਇਸ ਤਰ੍ਹਾਂ ਪਰਮਿਸ਼ਨ ਕਿਸੇ ਨੂੰ ਦੇਣੀ ਹੈ ਕੁਝ ਕਰਨ ਦੇ ਲਈ, then also you can make a use of can। to refer a characteristic behavior, usually a negative behavior। he can be cunning at any time। ਕਿਸੇ ਦਾ ਨਾ ਕਿਸੇ ਦੀ ਜਿਹੜੀ ਸਪੈਸ਼ਲ ਕਰੈਕਟਰਿਸਟਿਕ ਬਿਹੇਵੀਅਰ ਮਤਲਬ ਉਹਦੀ ਜਿਹੜੀ ਸਪੈਸ਼ਲ ਆਦਤ ਹੈ ਨਾ ਉਹਨੂੰ ਰੈਫਰ ਕਰਨ ਦੇ ਲਈ। ਯੂਜਲੀ ਨੈਗੇਟਿਵ ਜਿਹੜਾ ਬਿਹੇਵੀਅਰ ਹੁੰਦਾ, ਨੈਗੇਟਿਵ ਕੋਈ ਆਦਤ ਹੈ ਕਿਸੇ ਦੀ, ਉਹਨੂੰ ਰੈਫਰ ਕਰਨ ਦੇ ਲਈ ਹੀ ਕੈਨ ਬੀ ਕਨਿੰਗ ਐਟ ਐਨੀ ਟਾਈਮ। ਹੀ ਕੈਨ ਬੀ ਕਨਿੰਗ, ਉਹ ਕਿਸੇ ਟਾਈਮ ਵੀ ਚਲਾਕੀ ਕਰ ਸਕਦਾ ਆ, ਹੈ ਨਾ, ਕਨਿੰਗ ਚਲਾਕੀਆਂ ਉਹ ਕਰ ਸਕਦਾ ਹੈ। ਸੋ ਦੇ ਯੂ ਮੇਕ ਯੂਜ਼ ਆਫ ਦਾ ਕੈਨ। okay, next is the use of could। first use is it is the past tense of the can in indirect speech, as we have done in the previous slides, like might is the past of the may, similarly could is the past of the can। okay, past tense of can in indirect speech, agar direct speech de vich kite vi can we transform it into could to express ability in the past। ਟੂ ਐਕਸਪ੍ਰੈਸ ਮਤਲਬ ਆਪਾਂ ਇਹਦਾ ਯੂਜ਼ ਦੇਖਿਆ ਕੈਨ ਦਾ ਕਿ ਇਟ ਇਜ਼ ਯੂਜ਼ ਟੂ ਐਕਸਪ੍ਰੈਸ ਅਬਿਲਿਟੀ, ਕਿਸੇ ਦੇ ਵਿੱਚ ਕੋਈ ਕੰਮ ਕਰਨ ਦੀ ਕਾਬਲੀਅਤ ਹੈ, ਵੀ ਮੇਕ ਯੂਜ਼ ਆਫ ਦਾ ਕੈਨ। ਲੇਕਿਨ ਅਗਰ ਉਹ ਕਾਬਲੀਅਤ ਹੁਣ ਨਹੀਂ ਹੈ, ਪਾਸਟ ਦੇ ਵਿੱਚ ਸੀ, ਉੱਥੇ ਤੁਸੀਂ ਫਿਰ ਕੀ ਯੂਜ਼ ਕਰੋਗੇ, ਕੁਡ। ਫੋਰ ਐਗਜ਼ਾਮਪਲ, ਆਈ ਕੁਡ ਜੰਪ ਵੈਨ ਆਈ ਵਾਜ਼ 10 year old। ਵੈਨ ਆਈ ਵਾਜ਼ 10 year old ਦੈਨ ਆਈ ਕੁਡ ਜੰਪ, ਬਟ ਹੁਣ ਮੇਰੇ ਵਿੱਚ ਇਹ ਕਾਬਲੀਅਤ ਨਹੀਂ ਹੈ ਕਿ ਆਈ ਕੁਡ ਜੰਪ, ਆਈ ਕੁਡ ਮੇਕ ਅ ਹਾਈ ਜੰਪ, ਨਹੀਂ ਹੁਣ ਨਹੀਂ ਪੋਸੀਬਲ, ਬਟ ਵੈਨ ਆਈ ਵਾਜ਼ 10 year old ਆਈ ਕੁਡ ਡੂ ਦੈਟ, ਹੈ ਨਾ, ਜੋ ਪਾਸ ਦੇ ਵਿੱਚ ਸੀ। ਦੇਅਰ ਯੂ ਮੇਕ ਯੂਜ਼ ਆਫ ਦਾ ਕੁਡ। ਟੂ ਮੇਕ ਰਿਕੁਐਸਟ, could you lend me some money, and it is also a kind of a polite request।
would, we can also make use of the would for request, and similarly we can also make use of the could for request. Could you lend me some money? To express permission, could I use your pen? Instead of can, we can also use could for seeking the permission. ਕਿਸੇ ਤੋਂ permission ਲੈਣ ਦੇ ਲਈ we can also make use of the could. Can I use your pen? I can also say could I use your pen? In conditional sentences, ਜਿੱਥੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਹੋਣ ਦੀ ਪੋਸੀਬਿਲਿਟੀ ਹੈ, ਇਫ ਆਈ ਹੈਡ ਦ ਮਨੀ ਆਈ ਕੁਡ ਬਾਏ ਅ ਨਿਊ ਹਾਊਸ, ਅਗਰ ਪੈਸੇ ਹੁੰਦੇ ਤਾਂ ਮੈਂ ਲੈ ਸਕਦਾ ਸੀ, ਕਿਉਂਕਿ ਆਈ ਵਾਂਟ ਇਟ, ਇਹ ਚੀਜ਼ ਮੇਰੇ ਕੋਲ ਅਗਰ ਪੈਸੇ ਹੁੰਦੇ ਤਾਂ ਪੋਸੀਬਿਲਿਟੀ ਕੀ ਹੈ, ਸਭ ਤੋਂ ਪਹਿਲਾਂ ਮੈਂ ਕੰਮ ਕੀ ਕਰਨਾ ਸੀ, ਆਈ ਕੁਡ ਬਾਏ ਅ ਨਿਊ ਹਾਊਸ। used in a sense, failing to resist, ਇੱਕ ਇਸ ਤਰ੍ਹਾਂ we make also we make use of the could, failing to resist ਮਤਲਬ ਜਿੱਥੇ ਕਿ ਤੁਸੀਂ ਉਸ ਕੰਮ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ। I could not help laughing, she could not help dancing, I could not help laughing ਮਤਲਬ ਮੈਂ ਆਪਣੇ ਆਪ ਨੂੰ ਬਹੁਤ ਰੋਕਿਆ ਬਟ ਮੈਂ ਹੱਸਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੀ। ਕੋਈ ਚੀਜ਼ ਤੁਸੀਂ ਫਨੀ ਦੇਖੀ ਬਟ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੱਸਣਾ ਨਹੀਂ ਸੀ ਚਾਹੁੰਦੇ ਉਹਦੇ 'ਤੇ, ਬਟ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਪਾਏ। ਇਸ ਤਰ੍ਹਾਂ ਸ਼ੀ ਕੁਡ ਨਾਟ ਹੈਲਪ ਡਾਂਸਿੰਗ, ਹੈਲਪ ਹੁੰਦਾ ਬੱਚੇ ਇਹਦੇ ਨਾਲ ਨਾ, ਜਿੱਥੇ ਜਿੱਥੇ ਇਹ ਸੈਂਸ ਹੋਵੇ ਨਾ ਕਿ ਫੀਲਿੰਗ ਟੂ ਰੈਜ਼ਿਸਟ ਵਾਲੀ ਸੈਂਸ ਆ ਰਹੀ ਹੋਵੇ, ਉੱਥੇ ਬੱਚੇ ਹੈਲਪ ਵਰਡ ਯੂਜ਼ਡ ਹੁੰਦਾ ਆ। ਠੀਕ ਹੈ, ਆਈ ਕੈਨੋਟ ਹੈਲਪ ਲਾਫਿੰਗ, ਅਗਰ ਕੈਨੋਟ ਹੈਲਪ ਲਾਫਿੰਗ ਕਵਾਂਗੇ ਤਾਂ ਉਹ ਪ੍ਰੈਜ਼ੈਂਟ ਦੇ ਵਿੱਚ ਹੋਏਗਾ। ਆਈ ਕੁਡ ਨਾਟ ਹੈਲਪ ਲਾਫਿੰਗ ਇਟ ਕੁਡ ਬੀ ਇਨ ਦਾ ਪਾਸਟ, ਕਿ ਉਹ ਪਾਸਟ ਦੀ ਗੱਲ ਹੋ ਜਾਏਗੀ। ਸ਼ੀ ਕੁਡ ਨਾਟ ਹੈਲਪ ਡਾਂਸਿੰਗ ਮਤਲਬ ਮਿਊਜ਼ਿਕ ਸੁਣਦੇ ਹੀ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਈ। ਇਨ ਦਾ ਬੋਥ ਸੈਂਟੈਂਸਿਸ ਯੂ ਕੈਨ ਸੀ ਹੈਲਪ ਇਜ਼ ਯੂਜ਼ਡ। ਹੈਲਪ ਬੱਚੇ ਵਰਡ ਨਾਲ ਯੂਜ਼ ਕੀਤਾ ਜਾਂਦਾ ਹੈ, ਜਦੋਂ ਆਪਣੇ ਆਪ ਨੂੰ ਕਿਸੇ ਚੀਜ਼ ਲਈ ਕੰਮ ਕਰਨ ਤੋਂ ਰੋਕ ਨਹੀਂ ਪਾਉਂਦੇ ਨਾ, ਉੱਥੇ ਅਸੀਂ ਕਹਿੰਦੇ ਹਾਂ ਆਈ ਕੈਨੋਟ ਹੈਲਪ ਡਾਂਸਿੰਗ, I cannot help laughing, I cannot help eating, मतलब इन्ना खाना tempting सी, I cannot help eating a dessert, मतलब मैं खाना नहीं सी dessert, I'm on diet but I could not help eating, I cannot help eating। ਸੋ ਇਸ ਤਰ੍ਹਾਂ ਇਹਦਾ ਕੀ ਮਤਲਬ ਹੁੰਦਾ ਇਹਨਾਂ ਸੈਂਟੈਂਸਿਸ ਦੇ ਵਿੱਚ ਕਿ ਉਹ ਚੀਜ਼ ਕਰਨ ਤੋਂ ਉਹ ਆਪਣੇ ਆਪ ਨੂੰ ਕੋਈ ਇਨਸਾਨ ਰੋਕ ਨਹੀਂ ਪਾਇਆ। ਹੈਲਪ ਵਰਡ ਨਾਲ ਇਹਦੇ ਯੂਜ਼ ਹੁੰਦਾ, ਇਟ ਇਜ਼ ਅ ਕਾਈਂਡ ਆਫ ਅ ਫਰੇਜ਼। ਕੈਨੋਟ ਹੈਲਪ, ਕੁਡ ਨਾਟ ਹੈਲਪ, ਇਹ ਬੱਚੇ ਫਰੇਜ਼ ਹੈ, ਇਹਨਾਂ ਦਾ ਮਤਲਬ ਕੀ ਹੁੰਦਾ ਕਿ ਆਪਣੇ ਆਪ ਨੂੰ ਰੋਕ ਨਾ ਪਾਣਾ। ਓਕੇ, so that's all in this video. In the next video we will learn the uses of other models. Thank you.